ਕਾਲ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅਰਸ਼ਦੀਪ ਸੰਧੂ ਤੇ ਸ਼ੁਰੂਆਤ ਕਰਦੇ ਹਾਂ ਪੋਲਿਊਸ਼ਨ ਤੋਂ। ਦੀਵਾਲੀ ਤੋਂ ਬਾਅਦ ਹਵਾ ਜ਼ਹਿਰੀਲੀ ਹੁੰਦੀ ਨਜ਼ਰ ਆ ਰਹੀ ਹੈ। ਰਾਜਧਾਨੀ ਦਿੱਲੀ ਦੇ ਵਿੱਚ ਬੇहद ਖਰਾਬ ਹਵਾ ਹੈ। ਇਸ ਵੇਲੇ ਦਿੱਲੀ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਯਾਨੀ ਕਿ ਜਿਹੜੀ ਹਵਾ ਹੈ ਜਿਸ ਦੇ ਵਿੱਚ ਅਸੀਂ ਸਾਹ ਲੈਂਦੇ ਹਾਂ ਉਸ ਦੀ ਕਿੰਨੀ ਕੁ ਕੁਆਲਿਟੀ ਹੈ ਉਸ ਦੇ ਇੰਡੈਕਸ ਦੇ ਮੁਤਾਬਕ ਇਸ ਵੇਲੇ 600 ਤੋਂ ਪਾਰ ਹੈ। ਅਕਸਰ 100 ਤੋਂ ਘੱਟ ਦਾ ਅੰਕੜਾ ਜਿਹੜਾ ਹੈ ਉਹਨੂੰ ਸੈਟੀਸਫੈਕਟਰੀ ਮੰਨਿਆ ਜਾਂਦਾ ਹੈ ਤੇ ਇਸ ਵੇਲੇ 600 ਤੋਂ ਪਾਰ ਹੈ ਯਾਨੀ ਕਿ ਖਤਰਨਾਕ ਲੈਵਲ ਤੇ ਇਸ ਵੇਲੇ ਪੋਲਿਊਸ਼ਨ ਦਿੱਲੀ ਦੀ ਹਵਾ ਦੇ ਵਿੱਚ ਹੈ। ਜ਼ਹਿਰੀਲੀ ਹਵਾ ਹੈ, ਜ਼ਹਿਰ ਦੇ ਵਿੱਚ ਸਾਹ ਲੈ ਰਹੇ ਨੇ ਲੋਕ ਜੇ ਇਹਨੂੰ ਸਿੱਧੀ ਭਾਸ਼ਾ ਦੇ ਵਿੱਚ ਕਹਿਣਾ ਹੋਏ। ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਇਲਾਕਿਆਂ 'ਚ ਵੀ ਹਵਾ ਪ੍ਰਦੂਸ਼ਿਤ ਹੋਈ ਹੈ। ਪੰਜਾਬ ਦੇ ਕਈ ਇਲਾਕਿਆਂ 'ਚ 300 ਤੋਂ 에ਅਰ ਕੁਆਲਿਟੀ ਇੰਡੈਕਸ ਪਾਰ ਹੋ ਚੁੱਕਿਆ ਹੈ। 300 ਤੋਂ ਬਾਅਦ ਹੈਜ਼ਾਰਡਸ ਮੰਨਿਆ ਜਾਂਦਾ ਹੈ ਯਾਨੀ ਕਿ ਖਤਰੇ ਦੇ ਨਿਸ਼ਾਨ ਤੋਂ ਪਾਰ ਮੰਨਿਆ ਜਾਂਦਾ ਹੈ ਜਿਹੜਾ ਪੋਲਿਊਸ਼ਨ ਹੁੰਦਾ ਹੈ 에ਅਰ ਦੇ ਵਿੱਚ। ਤੇ 에ਅਰ ਕੁਆਲਿਟੀ ਇੰਡੈਕਸ ਪੰਜਾਬ ਦੇ ਵੀ ਕਈ ਇਲਾਕਿਆਂ ਦੇ ਵਿੱਚ 300 ਤੋਂ ਪਾਰ ਹੈ। ਦਿੱਲੀ ਦੇ ਵਿੱਚ ਤਾਂ ਇਹ 600 ਤੋਂ ਪਾਰ ਹੋ ਚੁੱਕਿਆ ਯਾਨੀ ਕਿ ਸਿੱਧੀ ਭਾਸ਼ਾ 'ਚ ਕਹਿਣਾ ਹੋਏ ਤਾਂ ਲੋਕ ਇਸ ਵੇਲੇ ਜ਼ਹਿਰ 'ਚ ਹੀ ਸਾਹ ਲੈ ਰਹੇ ਨੇ। ਦਰਅਸਲ ਦੀਵਾਲੀ ਦੀ ਰਾਤ ਪਾਬੰਦੀ ਦੇ ਬਾਵਜੂਦ ਖੂਬ ਪਟਾਕੇ ਚਲਾਏ ਗਏ ਜਿਸ ਦਾ ਅਸਰ ਹੁਣ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਦੇ ਵੱਲੋਂ ਪਾਬੰਦੀ ਲਗਾਈ ਗਈ ਸੀ ਪਟਾਕਿਆਂ ਤੇ ਗ੍ਰੀਨ ਪਟਾਕਿਆਂ ਦੀ ਇਜਾਜ਼ਤ ਦਿੱਤੀ ਗਈ ਸੀ। ਵੱਖ-ਵੱਖ ਸੂਬਿਆਂ ਨੇ ਵੀ ਆਪਣੇ ਲੈਵਲ ਦੇ ਉੱਤੇ ਪਾਬੰਦੀ ਲਗਾਈ ਸੀ ਤੇ ਲੇਕਿਨ ਉਸ ਦੇ ਬਾਵਜੂਦ ਵੀ ਲੋਕਾਂ ਨੇ ਪਟਾਕੇ ਚਲਾਏ। ਕੱਲ ਦੀਵਾਲੀ ਸੀ, ਦੀਵਾਲੀ ਦੀ ਰਾਤ ਖੂਬ ਪਟਾਕੇ ਚੱਲੇ, ਕੋਈ ਅਸਰ ਇਸ ਬੈਨ ਦਾ ਨਜ਼ਰ ਨਹੀਂ ਆਇਆ ਤੇ ਜਿਸ ਦਾ ਅਸਰ ਜਿਹੜਾ ਹੈ ਹੁਣ ਅੱਜ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਕੀ ਇਹ ਸਾਹ ਲੈਣ ਯੋਗ ਹਵਾ ਹੈ। ਇਹ ਦਿੱਲੀ ਦੀਆਂ ਤਸਵੀਰਾਂ ਨੇ, ਹਰਿਆਣਾ ਦੀਆਂ ਤਸਵੀਰਾਂ ਨੇ, ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਤਸਵੀਰਾਂ ਨੇ ਜਿੱਥੇ ਪੋਲਿਊਸ਼ਨ ਹੁਣ ਇਸ ਕਦਰ ਨਜ਼ਰ ਆ ਰਿਹਾ ਹੈ। ਕੱਲ ਰਾਤ ਜਿਹੜੇ ਪਟਾਕੇ ਚਲਾਏ ਗਏ ਉਸ ਦਾ ਸਿੱਧਾ ਅਸਰ ਇਸ ਵੇਲੇ ਨਜ਼ਰ ਆ ਰਿਹਾ। ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਸੀ, ਵੱਖ-ਵੱਖ ਸੂਬਾ ਸਰਕਾਰਾਂ ਨੇ ਵੀ ਪਾਬੰਦੀ ਲਗਾਈ ਸੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਵੀ ਕਿਹਾ ਸੀ, ਜਿਹੜਾ ਉਹਨਾਂ ਨੂੰ ਨਿਰਦੇਸ਼ ਦਿੱਤੇ ਸੀ ਕਿ ਇਸ ਦੀ ਪਾਲਣਾ ਹੋਣੀ ਚਾਹੀਦੀ ਹੈ ਇਸ ਬੈਨ ਦੀ, ਲੇਕਿਨ ਉਹ ਪਾਲਣਾ ਜਿਹੜੀ ਹੈ ਉਹ ਨਜ਼ਰ ਨਹੀਂ ਆਈ। ਵੱਖ-ਵੱਖ ਸ਼ਹਿਰਾਂ ਦਾ ਹਾਲ ਤੁਸੀਂ ਖੁਦ ਵੀ ਦੇਖਿਆ ਹੋਏਗਾ ਕਿ ਕੋਈ ਅਸਰ ਇਸ ਬੈਨ ਦਾ ਨਜ਼ਰ ਨਹੀਂ ਆਇਆ। ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਲੇਕਿਨ ਫਿਰ ਵੀ ਖੂਬ ਪਟਾਕੇ ਚੱਲੇ ਨੇ। राजधानी दिल्ली एनसीआर में बीती रात लोगों ने जमकर दीपावली मनाई, पूजा पाठ भी किए, मिठाइयाँ भी बांटी, मिठाइयाँ भी खाई, लेकिन पाबंदी के बावजूद जिस तरह से लोगों ने जमकर आतिशबाजी की उसका दुष्परिणाम इस समय देखने को मिल रहा है। दीपावली की सुबह है और इस समय चारों तरफ पूरे दिल्ली एनसीआर में धुंध बना हुआ है क्योंकि प्रदूषण लेवल जो है यह खतरनाक स्तर को पार कर गया है। अगर राजधानी दिल्ली की बात की जाए तो यहाँ पे जो प्रदूषण लेवल है ये 446 है। अगर वहीं अलीपुर की बात की जाए जो राजधानी दिल्ली में है वहाँ पे 469 है। अगर पूसा की बात की जाए तो वहाँ पे 455 है। कुल मिलाकर देखा जाए तो जो मुख्य जगह है जहाँ पे जमकर आतिशबाजी हुई है वहाँ पे प्रदूषण लेवल खतरनाक स्तर को पार कर गया है। सबसे बड़ी बात यह है कि दिल्ली में पटाखा छोड़ने पे और पटाखा बिक्री पे भी रोक लगी थी, उसके बावजूद लोगों ने जो है जमकर रात भर आतिशबाजी की है जिससे प्रदूषण लेवल खतरनाक स्तर को पार कर गया है। और यह उन लोगों के लिए सबसे बड़ी चुनौतीपूर्ण हो गई है जिनको सांस की बीमारी है, सांस लेने में उनको और दिक्कत बढ़ जाएगी, साथ ही बच्चे प्रभावित होंगे, आंखों में जलन होगी, सांस लेने में दिक्कत होगी। डॉक्टर ने पहले एडवाइज किया था कि आप लोग अपना बचाव कीजिएगा और ऐसे में जो है प्रदूषण का जो लेवल बढ़ा है यह उनके लिए बड़ी चुनौतीपूर्ण है। कैमरा पर्सन संजीव वर्मा के साथ राजीव तिवारी, न्यूज़ 18 दिल्ली। ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੀ ਕੁਝ ਹਾਲਾਤ ਨੇ, ਦਿੱਲੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ, ਹੋਰ ਇਲਾਕਿਆਂ ਦੇ ਵਿੱਚ ਕੀ ਹਾਲਾਤ ਨੇ ਉਹ ਵੀ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਧਰਮਵੀਰ ਸ਼ਰਮਾ ਸਾਡੇ ਸਹਿਯੋਗੀ ਗੁਰੂਗ੍ਰਾਮ ਤੋਂ जुड़े ने ਤੇ सुरेंद्र कंबोज जलंधर तो जुड़े ने। धर्मवीर पहले आपका रुख करेंगे, अगर तस्वीरें आप दिखा सकें गुरुग्राम में इस वक्त के हालात क्या हैं, एयर क्वालिटी किस तरीके की है, क्योंकि तस्वीरें खुद ब खुद बयान भी कर रही हैं। बिल्कुल, देखिए कल दिवाली के मौके पर जिस तरह से आतिशबाजी हुई है उसके बाद लगातार जो एयर क्वालिटी है वो खराब हो गया, जो है वो खतरनाक स्तर पर जा पहुंचा है। सुबह का जो स्तर था वो 500 के भी पार था जबकि अभी भी 500 के आसपास ही बना हुआ है। सुबह के 10 बज चुके हैं, उसके बावजूद जो प्रदूषण का स्तर है वो कम नहीं हो रहा है। तो इसका मुख्य जो कारण है वो यही है कि जो आतिशबाजी कल हुई है, मैं तस्वीरों के माध्यम से अगर आपको दिखाऊं तो आप देखिए तस्वीरों में कि सुबह के 10 बज चुके हैं बावजूद इसके किस तरह से एक तरह से जो कोहरा है, जो स्मॉग है वो आसमान में छाई हुई है। एक तरह से सूरज जो है अभी तक निकला नहीं है साफ तौर पर और ये दिखाता है कि किस तरह से कल पाबंदी के बावजूद भी जो आतिशबाजी हुई है ये उसका असर है कि पूरे दिल्ली एनसीआर का जो अब एक तरह से जो एयर क्वालिटी है वो खराब हो चुकी है। सबसे बड़ा नुकसान इस एयर क्वालिटी से अगर किसी को है तो वो है छोटे बच्चे और वो लोग जिनको खास तौर से अस्थमा या फिर सांस को लेकर के कोई गंभीर बीमारी है, उन लोगों के लिए खास तौर से काफ़ी मुश्किल
का ये जो समय है वो है, क्योंकि लगातार डॉक्टर्स भी ये बात कहते हैं कि जिन लोगों को सांस लेने में या हार्ट को लेकर के कोई बीमारी है, उन लोगों के लिए ये आज जो हवा है इस वक्त जो बनी हुई है वो सबसे ज्यादा खतरनाक है। तो फिलहाल हम ये कह सकते हैं कि डॉक्टर्स की सलाह को माने और कम से कम कोशिश करें कि सुबह जो जब प्रदूषण ज्यादा होता है तो ऐसे समय में खासतौर से छोटे बच्चे और वो लोग बाहर ना निकले जिनको सांस लेने की दिक्कत है। फिलहाल ये कह सकते हैं कि काफी ज्यादा एयर क्वालिटी खराब हो चुकी है। जी धर्मवीर, आप जुड़े रहिए। पंजाब च भी कई जगहों ते जिहड़ा एयर क्वालिटी इंडेक्स है 300 तो पार हो चुके। जलंधर दीयां तस्वीरां वेखण दी कोशिश करांगे। सुरिंदर, की कुछ तस्वीरां ने जलंधर दीयां इस वेले, क्योंकि दिल्ली एनसीआर दे विच तां पॉल्यूशन है जिहड़ा या एयर क्वालिटी इंडेक्स की गल करिए 600 तो पार है, यानी कि बहुत खतरनाक लैवल ते है। जलंधर दे विच की हालात ने? बिल्कुल अर्श, जिद्दां कि कल जिहड़ी साह लैण दी जिहड़े समर्था सीगी आम बंदे दी बिल्कुल सही सीगी, क्योंकि हवा दी क्वालिटी बिल्कुल फ्रैश सीगी। और अज दीयां तस्वीरां जिहड़ियां है बिल्कुल अलग है, क्योंकि कल रात जिद्दां एनजीटी ਵੱਲੋਂ ਜਾਂ सुप्रीम कोर्ट ਵੱਲੋਂ हिदायतां दित्तियां गईयां सी, टाइम रखिया गया सी 8 ਵਜੇ ਤੋਂ ਲੈ ਕੇ 10 ਵਜੇ तक पटाके चलाउण दा, पर कल रात 6 ਵਜੇ ਤੋਂ ਉਹ पटाके शुरू होए और काफी देर रात तक पटाके चलते रहे, जिहदा सीधा सीधा असर एयर क्वालिटी हवा क्वालिटी दे उत्ते होया। और तुहानूं बोर्ड दिखा दिंदे ने, सर्किट हाउस दे बाहर एक बोर्ड लगा हैगा जिहदी एयर क्वालिटी बड़ी खतरनाक दसी जा रही है। ते जलंधर दे विच इस वेले 350 ਦੇ करीब एयर क्वालिटी हैगी है। और इत्थे इस वेले साह लैण दे विच मैनूं भी तकलीफ थोड़ी हो रही है, क्योंकि कल दी जिहड़ी साह लैण दी समर्था मेरी सी वो सही सीगी। अज थोड़ा जिहा जिद्दां ना नक्क दे विच कुछ गंदी जी स्मैल जिद्दां ਉਹ आ रही हैगी। इस वेले तुसीं देख सकदे हो एयर क्वालिटी 350 ਦੇ करीब जिहड़ी हैगी ਉਹ दसी जा रही है। और तस्वीरां तुसीं देख सकदे हो जिहड़ी विजिबिलिटी हैगी है, विजिबिलिटी भी थोड़ी घट हैगी है कल नालों। जी तस्वीरां तुसीं आप देख सकदे हो, विजिबिलिटी थोड़ी घट हैगी है। और ਜਿਹੜੇ ਜਲੰਧਰ ਦੇ ਨਾਗਰਿਕ ਸੀਗੇ, ਜਲੰਧਰ ਦੇ ਜਿਹੜੇ ਨੌਜਵਾਨ ਸੀਗੇ, ਉਹਨਾਂ ਵੱਲੋਂ ਕੱਲ ਖੂਬ ਜਿਹੜੀ ਦੀਵਾਲੀ ਹੈਗੀ ਆ ਉਹ ਮਨਾਈ ਗਈ, ਕਿਉਂਕਿ ਸਰਕਾਰ ਵੱਲੋਂ ਐਨਜੀਟੀ ਵੱਲੋਂ ਨਿਰਦੇਸ਼ ਦਿੱਤੇ ਗਏ ਸੀਗੇ 8:30 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੇ ਪਟਾਕੇ ਹੈਗੇ ਉਹ ਚਲਾਏ ਜਾਣੇ ਆ। ਪਰ ਕੱਲ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਜਿਹੜਾ ਪਟਾਕਾ ਹੈਗਾ ਉਹ ਇੱਥੇ ਚੱਲਿਆ ਹੈਗਾ ਦੇਰ ਰਾਤ। ਔਰ 에ਅਰ ਕੁਆਲਿਟੀ ਦੇ ਵਿੱਚ ਵੀ ਫਰਕ ਪਿਆ ਹੈਗਾ, ਔਰ ਨਾਲ ਦੀ ਨਾਲ ਜਿਹੜਾ ਸਾਹ ਲੈਣ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਆ ਰਹੀ ਹੈਗੀ ਆ। ਔਰ ਇਹਦਾ ਸਿੱਧਾ ਸਿੱਧਾ ਅਸਰ ਜਿਨ੍ਹਾਂ ਨੂੰ ਸਾਹ ਦੀ ਬਿਮਾਰੀ ਹੈਗੀ ਆ ਉਹਨਾਂ ਬੱਚਿਆਂ ਦੇ ਉੱਤੇ, ਉਹਨਾਂ ਜਵਾਨਾਂ ਦੇ ਉੱਤੇ ਅਸਰ ਜਿਹੜਾ ਹੈਗਾ ਉਹ ਸਾਫ਼ ਦਿਖਾਈ ਦੇਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਫਿਲਹਾਲ ਦੀ ਜੇ ਹੁਣ ਦੀ ਗੱਲ ਕਰੀਏ, ਹੁਣ ਵੀ ਇਸ ਵੇਲੇ ਵੀ ਸਾਹ ਲੈਣ ਦੇ ਵਿੱਚ ਥੋੜੀ ਪ੍ਰੋਬਲਮ ਜ਼ਰੂਰ ਆ ਰਹੀ ਹੈਗੀ ਆ। ਜੀ ਅਰਸ਼ਦੀਪ। जी सुरिंदर, बिल्कुल जिस तरीके दे नाल बैन लगाया गया सी 8 तो 10 बजे तक दा समा सी, लेकिन वो भी सिर्फ ग्रीन पटाके चलाउण दे लई ये समा निर्धारित किया गया सी, लेकिन उसका असर कोई देखण नूं नहीं मिलिया। जलंधर दे विच इस वेले 350 जिहड़ा एयर क्वालिटी इंडेक्स दस्सिया जा रहा है, यानी कि 300 तो बाद जिहड़ी बेहद खराब एयर क्वालिटी हुंदी है, आम लोकां दे लई भी परेशानी दा सबब बनदी है। इस वेले जलंधर दे विच ये हालात ने। रोहतक तो साडे सहयोगी धीरेन्द्र चौधरी जुड़े ने। धीरेन्द्र, आपका रुख करेंगे, रोहतक में क्या हालात हैं इस समय? देखिए अर्शदीप, कल एक वक्त तो ऐसा आया था कि देश का सबसे प्रदूषित शहर बन गया था रोहतक। AQI 498 तक पहुंच गया था, जो कल ज्यादा मैक्सिमम था। लेकिन बीती रात तकरीबन 11 बजे ये 600 को भी क्रॉस कर गया था। और फिलहाल भी रोहतक का AQI 500 से ऊपर है, जो कि काफी खतरनाक है। फिलहाल हम MD यूनिवर्सिटी के बाहर है, जहां पर एयर क्वालिटी इंडेक्स लगातार दिखाया भी जाता है और लोगों को सचेत भी किया जाता है। अभी PM 2.5 248 यानी कि जो पार्टिकल्स हैं 2.5 या PM 10, ये जो पर्यावरण है उसमें काफी ज्यादा घुल चुके हैं, जो कि लोगों के स्वास्थ्य के लिए काफी हानिकारक है। खासतौर से जो छोटे बच्चे हैं और जो बुजुर्ग हैं उनको सांस लेने में दिक्कतें हो सकती है। गर्भवती महिलाओं को भी इनसे दिक्कत हो सकती है, क्योंकि जो पार्टिकल्स इतने महीन होते हैं, इतने बारीक होते हैं कि ये सांस के मार्फत हमारे फेफड़ों में चले जाते हैं, लंग्स को खराब कर देते हैं। और जो अस्थमैटिक पेशेंट हैं उनको सबसे ज्यादा दिक्कतें हो रही है। और ये बीते 2 दिन से इसी तरह का पूरे NCR एरिया की बात करें, हरियाणा का जो दिल्ली से लगता क्षेत्र है उसमें सबसे ज्यादा वायु खराब हुई है, हवा खराब हुई है, काफी जहरीली है। लोगों की आंखों में जलन महसूस हो रही है और जो अस्थमैटिक पेशेंट हैं उनको सांस लेने में दिक्कतें हो रही हैं। जो रोहतक PGI है, प्रदेश का सबसे बड़ा मेडिकल संस्थान है, यहाँ पर जो अस्थमैटिक पेशेंट हैं उनकी OPD कल और आज
लगातार बढ़ी हुई है। अर्शदीप जी धीरेन्द्र, ये भी जानना चाहेंगे, जैसे हमारे सहयोगी अलग अलग जगह पर बता रहे हैं कि पटाखों पर बैन था लेकिन वो असर नजर नहीं आया, तो रोहतक में कैसा रहा कल दिवाली का दिन? धीरेन्द्र, आपको आवाज मिल पा रही है? हाँ जी, अपना सवाल दोहराइए अर्शदीप जी। जी धीरेन्द्र, हम जानना चाहते थे कि जैसे अलग अलग हमारे सहयोगी बता रहे हैं कि पटाखों पर बैन था लेकिन उसका असर नहीं रहा, रोहतक में कल रहा, क्या पटाखे खूब चले या ग्रीन पटाखे चलाए गए? क्या बाकी शहरों का असर रोहतक में दिखाई दे रहा है या रोहतक में भी पटाखे खूब चलाए गए? देखिए, बैन कागजों में, सरकारी कागजों में बैन जरूर लगाया गया था और बाकायदा डिप्टी कमिश्नर की तरफ से ये एडवाइजरी भी जारी की गई थी कि अगर कोई भी पटाखे बेचता मिला या फिर पटाखे छुड़ाते हुए मिले उनके खिलाफ कानूनी कार्रवाई की जाएगी। हालांकि पुलिस राइडर्स शहर के अंदर घूम रही थी, लेकिन हर साल की तरह इस बार भी बदस्तूर पटाखे जले और खूब पटाखों की बिक्री भी हुई और यही कारण है कि जो पर्यावरण है, वातावरण है, लगातार दूषित हो रहा है। लोगों को आंखों में जलन हो रही है, रात भर पटाखे छूटे और लोगों ने, हालांकि कहने को पुलिस लगातार मुस्तैद नजर आई, बाजारों में भी घूमते नजर आए कि कोई पटाखे बेचता नजर तो नहीं आता, लेकिन चोरी छिपे जमकर पटाखे बेचे भी गए और पटाखे छुड़ाए भी गए। और यही कारण है कि आज जो हम महसूस कर रहे हैं कि किस तरह से AQI लगातार बढ़ता जा रहा है। जो 500 शरीर के लिए सबसे ज्यादा हानिकारक होता है हर व्यक्ति के लिए, क्योंकि सिर्फ ऐसा नहीं कि जो छोटे बच्चे, बुजुर्ग या फिर जो बीमार लोग हैं उनके लिए दिक्कतें पैदा कर रहा है, आमजन के लिए काफी परेशानी का होता है जब AQI 500 से ज्यादा क्रॉस कर जाता है। और फिलहाल 500 से ज्यादा AQI रोहतक ही नहीं, रोहतक के आसपास के जिलों में और पूरे NCR क्षेत्र में इसी तरह का माहौल बना हुआ है। जी जी धीरेन्द्र, तस्वीरें आपने दिखाई रोहतक की, रोहतक दा AQI इस वेले 500 तो ज्यादा है। ਅਸੀਂ ਇੱਕ ਮੀਟਰ ਵੀ ਦਿਖਾ ਰਹੇ ਹਾਂ, ਗ੍ਰਾਫਿਕਸ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਨੂੰ ਕਿ 에ਅਰ ਕੁਆਲਿਟੀ ਇੰਡੈਕਸ ਕਿਸ ਤਰੀਕੇ ਦੇ ਨਾਲ ਇੰਪੈਕਟ ਕਰਦਾ ਹੈ। ਜੇ 50 ਤੋਂ ਥੱਲੇ ਹੈ ਤਾਂ ਹਵਾ ਸਾਹ ਲੈਣ ਯੋਗ ਹੈ, ਚੰਗਾ ਹੈ। ਜੇ 100 ਤੋਂ ਥੱਲੇ ਹੈ ਤਾਂ ਸੰਤੋਸ਼ਜਨਕ ਹੈ, ਯਾਨੀ ਕਿ ਸੈਟੀਸਫੈਕਟਰੀ 에ਅਰ ਕੁਆਲਿਟੀ ਹੈ। ਜਿਵੇਂ ਜਿਵੇਂ ਵੱਧਦਾ ਜਾਂਦਾ ਉਵੇਂ ਉਵੇਂ ਖਤਰਨਾਕ ਸਥਿਤੀ ਹੈ ਜਿਹੜੀ ਉਹ ਬਣਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦਾ ਵੀ ਹਾਲ ਜਾਣ ਲੈਂਦੇ ਆ, ਅਮਿਤ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਅਮਿਤ, ਅੰਮ੍ਰਿਤਸਰ ਦੇ ਵਿੱਚ ਕੀ 에ਅਰ ਕੁਆਲਿਟੀ ਇੰਡੈਕਸ ਹੈ ਇਸ ਸਮੇਂ ਤੇ ਕਿੰਨਾ ਕੁ ਅਸਰ ਜਿਹੜਾ ਦੀਵਾਲੀ ਤੇ ਪਟਾਕਿਆਂ ਦਾ ਨਜ਼ਰ ਆਇਆ? ਕੀ ਬੈਨ ਕੋਈ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕਿਹਾ ਸੀ ਕਿ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ ਤੇ ਉਹ ਵੀ ਸਿਰਫ ਗ੍ਰੀਨ ਪਟਾਕੇ, ਕੀ ਉਸ ਦਾ ਅਸਰ ਨਜ਼ਰ ਆਇਆ? जी बिल्कुल अर्श, जिस हिसाब ਨਾਲ ਪੰਜਾਬ ਸਰਕਾਰ ਨੇ ਜਿਹੜੀ ਪਾਬੰਦੀ ਲਗਾਈ ਸੀ 8 ਤੋਂ 10 ਸਿਰਫ ਪਟਾਕੇ ਚਲਾ ਸਕਦੇ ਸੀ, ਲੇਕਿਨ ਉਸ ਦਾ ਅਸਰ ਕੋਈ ਜ਼ਿਆਦਾਤਰ ਨਜ਼ਰ ਨਹੀਂ ਆਇਆ। ਹਾਲਾਂਕਿ ਪੁਲਿਸ ਨੇ ਜ਼ਰੂਰ ਸਖਤੀ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ, ਲੇਕਿਨ ਪੁਲਿਸ ਬਹੁਤ ਘੱਟ ਨਾਕਿਆਂ ਦੇ ਅਤੇ ਸੜਕਾਂ ਤੇ ਨਜ਼ਰ ਆਈ ਤੇ ਸਾਰੇ ਲੋਕ ਸੜਕਾਂ ਤੇ ਪਟਾਕੇ ਚਲਾਉਂਦੇ ਹੀ ਨਜ਼ਰ ਆਏ ਤੇ ਰਾਤੀ ਲਗਭਗ 12:30 ਵਜੇ ਤੱਕ ਅੰਮ੍ਰਿਤਸਰ ਦੇ ਵਿੱਚ ਪਟਾਕੇ ਚਲਦੇ ਦਿਖਾਈ ਦਿੱਤੇ। ਸੋ ਇੱਕ ਵਾਰੀ ਤੁਹਾਨੂੰ ਤਸਵੀਰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਲੇਅਰ ਜਿਹੜੀ ਜ਼ਰੂਰ ਅਸਮਾਨ ਤੇ ਵੱਜ ਗਈ ਹੈ, ਕਿਉਂਕਿ ਇੱਕ ਜਦੋਂ ਹਰ ਵਾਰੀ ਦੀਵਾਲੀ ਹੁੰਦੀ ਹੈ ਤੇ ਇੱਕ ਲੇਅਰ ਜਿਹੜੀ ਧੂਏ ਦੀ ਜ਼ਰੂਰ ਵੱਜ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਲੇਕਿਨ ਇਹ ਲੇਅਰ ਜਿਉਂ-ਜਿਉਂ ਰਾਤ ਹਨੇਰਾ ਜ਼ਿਆਦਾ ਹੋਣਾ ਸ਼ੁਰੂ ਹੋਏਗਾ ਉਸ ਸਮੇਂ ਇਹ ਲੇਅਰ ਦਿਖਾਈ ਦੇਣੀ ਸ਼ੁਰੂ ਕਰੇਗੀ, ਕਿਉਂਕਿ ਹਲੇ ਵੀ ਤੁਹਾਨੂੰ ਕੈਮਰੇ ਦੇ ਵਿੱਚ ਸਾਫ਼ ਨਜ਼ਰ ਨਹੀਂ ਆਏਗੀ ਲੇਅਰ, ਲੇਕਿਨ ਉੱਪਰ ਕਿਉਂਕਿ ਇੱਥੇ ਅਗਰ ਅਸੀਂ ਦੇਖ ਸਕਦੇ ਹਾਂ ਕਿ ਲੇਅਰ ਇੱਕ ਜ਼ਰੂਰ ਸਾਨੂੰ ਇਸ ਜਗ੍ਹਾ ਤੋਂ ਨਜ਼ਰ ਆ ਰਹੀ ਹੈ। ਸੋ ਜਿਵੇਂ ਜਿਵੇਂ ਹਨੇਰਾ ਹੋਏਗਾ ਉਹ ਲੇਅਰ ਜ਼ਰੂਰ ਨਜ਼ਰ ਆਏਗੀ। ਸੋ ਇਸ ਦਾ ਲੇਅਰ ਦਾ ਅਸਰ ਆਮ ਲੋਕਾਂ ਅਤੇ ਬੱਚਿਆਂ ਤੇ ਬਜ਼ੁਰਗਾਂ ਤੇ ਜ਼ਰੂਰ ਜ਼ਿਆਦਾ ਪੈਂਦਾ ਨਜ਼ਰ ਆਏਗਾ, ਕਿਉਂਕਿ ਉਹਨਾਂ ਨੂੰ ਹੁਣ ਸਾਹ ਦੀ ਪ੍ਰੋਬਲਮ ਜ਼ਰੂਰ ਹੋਣੀ ਸ਼ੁਰੂ ਹੋਈ ਹੈ, ਕਿਉਂਕਿ ਹੁਣ ਉਹ ਹਸਪਤਾਲਾਂ ਦਾ ਰੁਖ ਕਰ ਰਹੇ ਨੇ। ਲੇਕਿਨ ਜਿਸ ਹਿਸਾਬ ਨਾਲ ਸਰਕਾਰ ਦੁਆਰਾ ਸਖਤੀ ਜ਼ਰੂਰ ਵਿਖਾਈ ਗਈ ਸੀ, ਸੋ ਇਸ ਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਸਰਕਾਰ ਦੁਆਰਾ ਸਖਤੀ ਵਿਖਾਈ ਜਾਂਦੀ ਹੈ ਤੇ ਉਸ ਨੂੰ ਇੰਪਲੀਮੈਂਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਕਰਦੀ ਹੈ, ਲੇਕਿਨ ਜਦੋਂ ਉਹ ਇੰਪਲੀਮੈਂਟ ਨਹੀਂ ਹੁੰਦਾ ਤੇ ਫਿਰ ਸਰਕਾਰ ਦੇ ਨਿਯਮਾਂ ਦੀ ਜਿਹੜੇ ਧੱਜੀਆਂ ਜ਼ਰੂਰ ਉੜਦੀਆਂ ਨਜ਼ਰ ਆਉਂਦੀਆਂ ਨੇ। ਹਾਲਾਂਕਿ 8 ਤੋਂ 10 ਤੱਕ ਗ੍ਰੀਨ ਪਟਾਕੇ ਚਲਾਉਣ ਦੀ ਜਿਹੜੀ ਕਿ ਸਰਕਾਰ ਦੁਆਰਾ ਇਜਾਜ਼ਤ ਜ਼ਰੂਰ ਦਿੱਤੀ ਗਈ ਸੀ, ਲੇਕਿਨ ਆਮ ਲੋਕ ਜਿਹੜੇ ਕਿ ਦੂਸਰੇ ਪਟਾਕੇ ਚਲਾਉਂਦੇ ਹੀ ਨਜ਼ਰ ਆਏ ਅਤੇ ਮੇਨ ਸ਼ਰੇਆਮ ਸੜਕਾਂ ਤੇ ਪਟਾਕੇ ਚੱਲਦੇ ਰਹੇ। ਸੋ ਇਸ ਦਾ ਅਸਰ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜ਼ਰੂਰ ਨਜ਼ਰ ਆਏਗਾ। ਜਿਸ ਹਿਸਾਬ ਨਾਲ ਲੇਅਰ ਤੁਹਾਨੂੰ ਦੱਸੀ ਹੈ ਤੇ ਰਾਤੀ ਜਦੋਂ ਵੀ ਹਨੇਰਾ ਹੋਏਗਾ ਇਹ ਲੇਅਰ ਸਾਫ਼ ਤੌਰ ਤੇ ਅਸਮਾਨ ਦੇ ਵਿੱਚ ਦੇਖੀ ਜਾ ਸਕਦੀ ਹੈ। ਸੋ ਇਸ ਦਾ ਅਸਰ
ਬੱਚਿਆਂ ਅਤੇ ਬਜ਼ੁਰਗਾਂ ਤੇ ਨਜ਼ਰ ਆਏਗਾ ਜਿਹੜੇ ਹੁਣ ਹਸਪੀਟਲ ਦਾ ਰੁਖ ਕਰ ਰਹੇ ਨੇ, ਕਿਉਂਕਿ ਕਈਆਂ ਨੂੰ ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਹੈ ਜਾਂ ਫਿਰ ਸਾਹ ਦੀ ਕੋਈ ਦਿੱਕਤ ਹੈ ਤੇ ਉਹ ਉਸ ਦਾ ਅਸਰ ਹੁਣ ਜ਼ਿਆਦਾ ਉਹਨਾਂ ਤੇ ਦੇਖਣ ਨੂੰ ਮਿਲੇਗਾ ਤੇ ਉਹ ਹਸਪੀਟਲ ਦਾ ਰੁਖ ਕਰਨਗੇ। ਜੀ ਅਰਸ਼। ਜੀ ਜੀ ਅਮਿਤ, ਬਿਲਕੁਲ ਜਿਹੜਾ ਪੋਲਿਊਸ਼ਨ ਹੈ ਉਸ ਦਾ ਅਸਰ ਕਿਤੇ ਨਾ ਕਿਤੇ ਸਾਰਿਆਂ ਤੇ ਪੈਂਦਾ ਹੈ, ਲੇਕਿਨ ਬੱਚੇ ਜਾਂ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਹੈ ਜਾਂ ਕੋਈ ਹੋਰ ਇਸ ਕਿਸਮ ਦੀ ਰੈਸਪੀਰੇਟਰੀ ਪ੍ਰੋਬਲਮ ਹੈ ਉਹਨਾਂ ਦੇ ਲਈ ਜ਼ਿਆਦਾ ਦਿੱਕਤ ਹੈ ਜਿਹੜੀ ਖੜੀ ਹੋ ਜਾਂਦੀ ਹੈ। ਬੈਨ ਜ਼ਰੂਰ ਲਾਏ ਜਾਂਦੇ ਨੇ, ਤੁਸੀਂ ਸਹੀ ਗੱਲ ਕਹੀ ਕਿ ਪ੍ਰੋਬਲਮ ਹੈ, ਇੰਪਲੀਮੈਂਟ ਜਦ ਤੱਕ ਨਹੀਂ ਹੁੰਦਾ ਉਦੋਂ ਤੱਕ ਇਹ ਬੈਨ ਕਿਸੇ ਕੰਮ ਦੇ ਨਹੀਂ ਨੇ। ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਅਸੀਂ ਵਿਖਾ ਰਹੇ ਸੀ। ਸ਼ੁਕਰੀਆ ਅਮਿਤ ਸਾਡੇ ਨਾਲ ਜੁੜਨ ਦੇ ਲਈ। ਸੁਰਿੰਦਰ ਕੰਬੋਜ ਜਲੰਧਰ ਤੋਂ ਜੁੜੇ। ਸੁਰਿੰਦਰ, ਤੁਹਾਡਾ ਵੀ ਸ਼ੁਕਰੀਆ। ਧੀਰੇਂਦਰ ਚੌਧਰੀ ਰੋਹਤਕ ਤੋਂ ਤੇ ਧਰਮਵੀਰ ਸ਼ਰਮਾ ਸਾਡੇ ਸਹਿਯੋਗੀ ਗੁਰੂਗ੍ਰਾਮ ਤੋਂ ਜੁੜੇ, ਤੁਹਾਡਾ ਵੀ ਸ਼ੁਕਰੀਆ। ਤਾਂ ਪ੍ਰਦੂਸ਼ਣ ਹੈ ਜਿਹੜਾ ਹਵਾ ਦੇ ਵਿੱਚ ਇਸ ਵੇਲੇ ਬਹੁਤ ਖਤਰਨਾਕ ਲੈਵਲ ਦੇ ਉੱਤੇ ਪਹੁੰਚ ਹੈ। ਦਿੱਲੀ ਦੀ ਗੱਲ ਕਰੀਏ ਤਾਂ 600 ਤੋਂ ਪਾਰ ਹੈ, ਗੁਰੂਗ੍ਰਾਮ ਦੇ ਵਿੱਚ ਤੇ ਰੋਹਤਕ ਦੇ ਵਿੱਚ ਵੀ 500 ਤੋਂ ਪਾਰ ਇਹ ਜਿਹੜੀ ਸਥਿਤੀ ਹੈ। ਪੰਜਾਬ ਦੇ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਅੱਗੇ 300 ਤੋਂ ਉੱਪਰ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਉਹ ਦਿਖਾਈ ਦੇ ਰਿਹਾ ਹੈ ਤੇ ਸਾਹ ਲੈਣ ਦੇ ਵਿੱਚ ਹੁਣ ਦਿੱਕਤਾਂ ਜਿਹੜੀਆਂ ਨੇ ਉਹ ਖੜੀਆਂ ਹੋ ਰਹੀਆਂ ਨੇ। पिछले 2-3 दिन से एनसीआर की हवा लगातार जहरीली होती जा रही है और आज दिन में 1 बजे तो ऐसे हालात बन गए कि देश का सबसे प्रदूषित शहर बन गया रोहतक। वजह क्या है प्रदूषण की और इससे नुकसान क्या हो सकता है? हमारे साथ डॉक्टर ध्रुव चौधरी हैं, इनसे जानते हैं कि जो पेशेंट हैं डॉक्टर साहब, ख़ासतौर से अस्थमा के, उनको क्या दिक्कत हो सकती है? देखिए, ये हर साल का फिनोमेना हो गया है। जब दिवाली के आसपास और ख़ास तौर पे जब वो धान की फसल कटती है और उसके बाद जब हम देखते हैं कि ठंड का आगमन होता है तो वायु प्रदूषण जो एनसीआर इन पर्टिकुलर एरिया के अंदर, जिसमें रोहतक भी एक पार्ट है, काफ़ी ख़राब हो जाती है। आपका आमतौर पे पहले टाइम में किसानों, पिछले 2-3 साल से किसानों को ब्लेम किया गया था, लेकिन अगर हम देखें जिस तरह से व्हीकल का घनता बढ़ी है, जो व्हीकल का पोल्यूशन आया है, या दूसरा आपका इंडस्ट्रियल या आपका डेवलपमेंटल एक्टिविटी से जो सस्पेंडेड पार्टिकुलेट मैटर आता है, वो सारा इकट्ठा बढ़ा है। और जो मैं बात कह रहा हूँ इसका आप सब साक्षी होंगे कि जब बहुत हमने क्लैंप डाउन लगाया था भारत सरकार ने और राज्य सरकारों ने, तब आपको सबको नीला आसमान दिखने लग गया था। तो कहने का मेरा अभिप्राय है कि उस समय मूवमेंट जोन सी हमारी व्हीकल्स की थी वो कम थी, अंदर बंद थे, और उसके कारण जब जो कृषि की जो एक्टिविटी थी उसके होने के बावजूद भी हमको इतना प्रदूषण नहीं मिला। और जहाँ तक सांस के पेशेंट्स की बात है, इस मौसम के अंदर उनको दमा का एपिसोड बढ़ जाता है। जिनको खांसी बलगम जो क्रोनिक ब्रोंकाइटिस है उसके अंदर भी दिक्कत आती है, क्योंकि जो सस्पेंडेड पार्टिकुलेट मैटर वो जाते हैं केमिकल्स अंदर, या पार्टिकल मैटर जाते हैं प्लस गैसेस जो भी मिलती हैं, तो उससे इरिटेशन होती है हमारे एयरवे ट्रैक्ट्स की, जो सांस की नाली है और उसके आगे जो सिस्टम हमारा जो डिलीवर करता है, तो उससे आपको स्पैज्म की होती है, खांसी उठती है, बलगम बनती है। और कई लोग इस समय कंप्लेंट कर भी रहे हैं कि बलगम काले रंग की आ रही है, तो इसका मतलब सूट की मात्रा एनवायरनमेंट में ज़्यादा है। दिवाली के टाइम में आप देखेंगे कि व्हीकल कितना, बाज़ार में आप भीड़ देखिए आप, और व्हीकल देखिए सड़क के ऊपर। सो प्रैक्टिकली हम प्री कोरोना लेवल के पोल्यूशन लेवल पे आ गए हैं। तो इस समय वायु के अंदर, हवा के अंदर जो हमारा एनवायरनमेंट है उसके अंदर उसको सहने की क्षमता नहीं है।